ना मैं जोग ध्यान चित लाया, बिन बैराग न छूट समाया। कैसे जीवन होए हमारा, जब न होए राम नाम आधारा। रहाओ कौ कबीर खोजो असमान, राम समान न देखो आन। वाहिगुरु जी का खालसा, वाहिगुरु जी की फतेह। भगत कबीर जी ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਲੜੀ ਵਿੱਚ ਪਹਿਲਾਂ ਅਸੀਂ ਤੇ ਪਦੇ ਪੜ੍ਹੇ ਹਨ। ਹੁਣ ਜੋ ਸਿਰਲੇਖ ਹੈ ਉਹ ਹੈ ਗੌੜੀ ਕਬੀਰ ਜੀ ਦੋ ਪਦੇ। ਦੋ ਪਦੇ ਦਾ ਮਤਲਬ ਹੈ ਦੋ ਪਦਿਆਂ ਵਾਲੇ ਸ਼ਬਦ, ਤੇ ਪਦੇ ਦਾ ਮਤਲਬ ਹੈ ਤਿੰਨ ਪਦਿਆਂ ਵਾਲੇ ਸ਼ਬਦ, ਚੌ ਪਦੇ ਦਾ ਮਤਲਬ ਹੈ ਚਾਰ ਪਦਿਆਂ ਵਾਲੇ ਸ਼ਬਦ। ਇਹ ਗੱਲ ਕਿਉਂਕਿ ਆਮ ਤੌਰ ਤੇ ਵਿਚਾਰੀ ਨਹੀਂ ਜਾਂਦੀ, ਇਸ ਲਈ ਪਾਠ ਕਰਨ ਵਾਲੇ ਪ੍ਰੇਮੀ ਪਾਠੀ ਇਹਨਾਂ ਸਵਾਲਾਂ ਵਿੱਚ ਵੀ ਕਈ ਵਾਰੀ ਉਲਝੇ ਰਹਿੰਦੇ। ਤਾਂ ਇਹਨਾਂ ਦਾ ਨਿਰਣਾ ਕਰਨਾ ਜਾਂ ਨਾਲ ਨਾਲ ਦੱਸੀ ਜਾਣਾ ਇਹ ਡਿਊਟੀ ਬਣਦੀ ਹੈ। ਫਿਰ ਇਹ ਦੋ ਪਦੇ ਦੇ ਥੱਲੇ ਦੋ ਅੰਕ ਵੀ ਪਿਆ ਹੋਇਆ। ਇਹਨੂੰ ਪੜ੍ਹਨਾ ਨਹੀਂ, ਇਹ ਸਿਰਫ ਇਹ ਇਸ਼ਾਰਾ ਹੈ ਕਿ ਹੁਣ ਕਬੀਰ ਜੀ ਦੇ ਦੋ ਪਦਿਆਂ ਵਾਲੇ ਦੋ ਸ਼ਬਦ ਆਉਣਗੇ, ਭਾਵ 34 ਨੰਬਰ ਸ਼ਬਦ ਅਤੇ 35 ਨੰਬਰ। ਫਿਰ ਧਿਆਨ ਨਾਲ ਸਮਝ ਲਓ, ਗੌੜੀ ਕਬੀਰ ਜੀ ਦੋ ਪਦੇ। ਹੁਣ ਸ਼ਬਦ ਤੇ ਬਹੁਤ ਛੋਟਾ ਹੈ, ਪਰ ਕਮਾਲ ਦੀ ਗੱਲ ਭਗਤ ਜੀ ਨੇ ਕਹੀ। ਕਹਿੰਦੇ ਕੈਸੇ ਜੀਵਨ ਹੋਏ ਹਮਾਰਾ, ਸਾਡਾ ਜੀਵਨ ਕਿਵੇਂ ਸਫਲ ਹੋਵੇ, ਸਾਡਾ ਜੀਵਨ ਕਿਵੇਂ ਲੇਖੇ ਲੱਗੇ, ਜਬ ਨਾ ਹੋਏ ਰਾਮ ਨਾਮ ਆਧਾਰਾ। ਜਦੋਂ ਤੀਕਰ ਅਸੀਂ ਰਾਮ ਦੇ ਨਾਮ ਦਾ ਆਧਾਰ ਨਹੀਂ ਕਰਾਂਗੇ, ਭਾਵ ਉਹਨੂੰ ਆਪਣਾ ਆਸਰਾ ਨਹੀਂ ਬਣਾਵਾਂਗੇ, ਸਾਡਾ ਜੀਵਨ ਕਿਵੇਂ ਸਫਲ ਹੋਵੇ। ਹੁਣ ਕਿਉਂਕਿ ਭਗਤ ਜੀ ਜਿਸ ਸ਼ਹਿਰ ਵਿੱਚ ਰਹਿੰਦੇ ਨੇ ਉਹ ਸ਼ਹਿਰ ਹੈ ਕਾਂਸ਼ੀ, ਜਿਹਨੂੰ ਬਨਾਰਸ ਵੀ ਕਹਿੰਦੇ ਨੇ, ਜਿਹੜਾ ਹਿੰਦੂ ਧਰਮ ਦਾ ਇੱਕ ਧਾਰਮਿਕ ਵੱਡਾ ਕੇਂਦਰ ਹੈ। ਉਹਨਾਂ ਦੇ ਇਰਦ ਗਿਰਦ ਬੜੇ ਬੜੇ ਵਿਦਵਾਨ ਪੰਡਿਤ ਵੀ ਰਹਿੰਦੇ ਨੇ, ਬੜੇ ਬੜੇ ਜੋਗੀ ਵੀ ਉੱਥੇ ਆਉਂਦੇ ਨੇ, ਬੜੇ ਬੜੇ ਧਿਆਨਧਾਰੀ ਵੀ ਆਉਂਦੇ ਨੇ। ਔਰ ਉਹਨਾਂ ਦਾ ਇਹ ਸਿਧਾਂਤ ਹੈ ਕਿ ਜਦੋਂ ਤੀਕਰ ਅਸੀਂ ਜੋਗੀ ਨਹੀਂ ਬਣਾਂਗੇ, ਅਸੀਂ ਬੈਰਾਗੀ ਨਹੀਂ ਬਣ ਸਕਦੇ। ਬੈਰਾਗੀ ਦਾ ਮਤਲਬ ਹੈ ਸੰਸਾਰ ਦੇ ਤਿਆਗੀ ਨਹੀਂ ਬਣ ਸਕਦੇ। ਜਦੋਂ ਤੀਕਰ ਅਸੀਂ ਆਪਣਾ ਚਿੱਤ ਪਰਮਾਤਮਾ ਦੇ ਧਿਆਨ ਵਿੱਚ ਨਹੀਂ ਲਾਵਾਂਗੇ, ਸਾਡਾ ਧਿਆਨ ਮਾਇਆ ਤੋਂ ਕਿਵੇਂ ਛੁੱਟੇਗਾ। ਭਗਤ ਜੀ ਕਹਿੰਦੇ ਨੇ ਵੀ ਮੈਂ ਤੇ ਕੁਝ ਵੀ ਨਹੀਂ ਕੀਤਾ, ਨਾ ਮੈਂ ਜੋਗ ਧਿਆਨ ਚਿਤ ਲਾਇਆ, ਨਾ ਤਾਂ ਮੈਂ ਜੋਗੀ ਬਣਿਆ ਹਾਂ ਤੇ ਨਾ ਮੈਂ ਆਪਣਾ ਧਿਆਨ ਉਧਰ ਲਾਇਆ। ਭਾਵ ਜਿਸ ਤਰੀਕੇ ਦੇ ਨਾਲ ਉਹ ਜੋਗੀ ਬਣੇ ਹੋਏ ਹਨ, ਮੈਂ ਤੇ ਉਸ ਤਰ੍ਹਾਂ ਦਾ ਜੋਗੀ ਨਹੀਂ, ਮੈਂ ਤੇ ਗ੍ਰਸਤੀ ਹਾਂ। ਮੇਰੀ ਤੇ ਪਤਨੀ ਵੀ ਹੈ, ਮੇਰਾ ਪੁੱਤਰ ਵੀ ਹੈ, ਮੇਰੀ ਧੀ ਵੀ ਹੈ, ਤੇ ਮੈਂ ਸੰਸਾਰ ਵਿੱਚ ਵੀ ਰਹਿੰਦਾ। ਨਾ ਮੈਂ ਇਹਨਾਂ ਵਾਂਗੂ ਇਤਨਾ ਵੱਡਾ ਧਿਆਨ ਲਾਉਣਾ। ਪਰ ਬਿਨ ਬੈਰਾਗ ਨਾ ਛੂਟ ਸਮਾਇਆ। ਇਹਨਾਂ ਦਾ ਸਿਧਾਂਤ ਥਿਊਰੀ ਇਹ ਹੈ ਕਿ ਬੈਰਾਗ ਧਾਰਨ ਕੀਤੇ ਤੋਂ ਬਿਨਾਂ ਮਾਇਆ ਤੋਂ ਛੁੱਟਿਆ ਨਹੀਂ ਜਾ ਸਕਦਾ। ਜੇ ਕੋਈ ਆਪਣੇ ਆਪ ਨੂੰ ਮਾਇਆ ਤੋਂ ਸੁਤੰਤਰ ਕਰਨਾ ਚਾਹੇ, ਨਹੀਂ ਕਰ ਸਕਦਾ। ਫਿਰ ਕੈਸੇ ਜੀਵਨ ਹੋਏ ਹਮਾਰਾ, ਮੇਰਾ ਜੀਵਨ ਕਿਵੇਂ ਸਫਲ ਹੋਵੇ, ਜਬ ਨਾ ਹੋਏ ਰਾਮ ਨਾਮ ਆਧਾਰਾ। ਜਦੋਂ ਤੀਕਰ ਮੈਂ ਰਾਮ ਦੇ ਨਾਮ ਨੂੰ ਆਧਾਰ ਨਹੀਂ ਬਣਾਵਾਂਗਾ। ਹੁਣ ਦੇਖੋ ਗੱਲ ਤੇ ਸਪਸ਼ਟ ਹੋ ਗਈ, ਪਰ ਭਗਤ ਜੀ ਨੇ ਬੜੇ ਤਰੀਕੇ ਨਾਲ ਇਹ ਦੱਸਿਆ ਭਈ ਗੱਲ ਤੇ ਬਣਨੀ ਹੈ ਪਰਮਾਤਮਾ ਦਾ ਨਾਮ ਜਪ ਕੇ।
ਇਹ ਮਾਇਆ ਛੱਡਿਆਂ ਕਦੇ ਤੋਂ ਅੱਜ ਤੱਕ ਕਿਸੇ ਤੋਂ ਛੁੱਟੀ ਨਹੀਂ ਹੈ। ਇਸ ਮਾਇਆ ਨੂੰ ਕੋਈ ਆਖੇ ਮੈਂ ਛੁੱਟ ਜਾਵਾਂ, ਨਹੀਂ ਨਹੀਂ। ਭਗਤ ਜੀ ਤੇ ਕਹਿੰਦੇ ਕਹੋ ਕਬੀਰ ਜਿਸ ਉਦਰ ਤਿਸ ਮਾਇਆ, ਜਿਹਨੂੰ ਪਰਮਾਤਮਾ ਨੇ ਢਿੱਡ ਲਾਇਆ ਨਾ ਉਹਨੂੰ ਮਾਇਆ ਚਾਹੀਦੀ। ਆ ਕਈ ਸਾਧੂ ਸੰਤ ਮੈਂ ਦੇਖਿਆ, ਸਿੱਖਾਂ ਵਿੱਚ ਵੀ ਹੈਗੇ ਨੇ। ਮੈਂ ਇੱਕ ਸਥਾਨ ਤੇ ਗਿਆ, ਉੱਥੇ ਮੱਥਾ ਟੇਕਣ ਦੀ ਇਜਾਜ਼ਤ ਨਹੀਂ ਹੈਗੀ, ਕੋਈ ਪੈਸਾ ਰੱਖ ਕੇ ਮੱਥਾ ਨਹੀਂ ਟੇਕ ਸਕਦਾ। ਮੈਂ ਪੁੱਛ ਬੈਠਾ ਵੀ ਇਹ ਕਿਉਂ? ਜਦੋਂ ਹੋਰ ਸਾਰੇ ਗੁਰਦੁਆਰਿਆਂ ਵਿੱਚ ਗੋਲਕ ਰੱਖੀ ਹੋਈ ਹੈ, ਜਦੋਂ ਭਾਈ ਗੁਰਦਾਸ ਜੀ ਕਹਿੰਦੇ ਨੇ ਭਾਵਨਾ ਭਗਤ ਪਾਏ ਕੌਡੀ ਅਗਰ ਭਾਗ ਰੱਖ, ਸਰਬ ਨਿਧਾਨ ਦਾਨ ਤਾਹੀਂ ਗੁਰੂ ਦੇ। ਜੀਤੇ ਮੱਥਾ ਟੇਕਣਾ ਗਲਤ ਹੈ, ਫਿਰ ਸਭ ਜਗ੍ਹਾ ਗਲਤ ਹੈ। ਜਿਹੜੇ ਉੱਥੇ ਦੇ ਉਪਾਸਕ ਸ਼ਰਧਾਲੂ ਸਨ, ਉਹ ਜੀ ਮਾਇਆ ਕਰਕੇ ਸਭ ਝਗੜੇ ਹੁੰਦੇ ਨੇ, ਇਸ ਲਈ ਗੋਲਕ ਨਹੀਂ ਰੱਖੀ। ਮੈਂ ਸੁਣ ਕੇ ਹੈਰਾਨ ਹੋ ਗਿਆ। ਮੈਂ ਕਿਹਾ ਵਾਟ ਇਜ਼ ਦੀ ਮਾਇਆ? ਮਾਇਆ ਕਿਸ ਨੂੰ ਕਹਿੰਦੇ ਨੇ? ਇਹ ਜਿਹੜੀ ਮਹਾਂਪੁਰਖਾਂ ਦੀਆਂ ਗੱਡੀਆਂ ਨੇ, ਇਹ ਮਾਇਆ ਨਹੀਂ? ਜਿਹੜਾ ਇਹਨਾਂ ਗੱਡੀਆਂ ਵਿੱਚ ਤੇਲ ਪੈਂਦਾ ਉਹ ਮਾਇਆ ਨਹੀਂ? ਜਿਹੜੇ ਸਰੀਰ ਤੇ ਕੱਪੜੇ ਪਾਏ ਨੇ ਮਾਇਆ ਨਹੀਂ? ਇਹ ਸਭ ਕੁਝ ਮਾਇਆ। ਕਬੀਰ ਜੀ ਨੇ ਤਾਂ ਇੱਕੋ ਹੀ ਗੱਲ ਫੈਸਲਾ ਕਰਤਾ, ਕਹੋ ਕਬੀਰ ਜਿਸ ਉਦਰ ਦੱਦਾ ਹੈ, ਪੇਟ ਹੈ, ਤਿਸ ਮਾਇਆ, ਉਹ ਮਾਇਆ ਤੋਂ ਬਚ ਹੀ ਨਹੀਂ ਸਕਦਾ। ਇਸ ਲਈ ਇਹ ਮਾਇਆ ਤੋਂ ਛੁੱਟਣ ਦਾ ਇਹ ਤਰੀਕਾ ਨਹੀਂ ਹੈ। ਜਿਨ੍ਹਾਂ ਦੀ ਉਹ ਗੱਲ ਕਰਦੇ ਨੇ ਮਹਾਂਪੁਰਖਾਂ ਦੀ, ਉਹਨਾਂ ਬਾਰੇ ਤੇ ਉਹਨਾਂ ਦਾ ਜੀਵਨ ਪੜ੍ਹਿਆ ਪਤਾ ਲੱਗਾ ਕਿ ਉਹ ਜਿੱਥੇ ਰਹਿੰਦੇ ਸਨ, ਜਦੋਂ ਜਾਂਦੇ ਸਨ, ਉਹ ਆਪਣੀ ਉਸ ਝੌਂਪੜੀ ਨੂੰ ਅੱਗ ਲਾ ਕੇ ਜਾਂਦੇ ਸਨ। ਕੀ ਮਤਲਬ ਸੀ? ਭਾਈ ਨਾ ਕੋਈ ਨਿਸ਼ਾਨੀ ਰਵੇ, ਨਾ ਕੋਈ ਬੰਧਨ ਪਵੇ। ਪਰ ਹੁਣ ਬੜੇ ਬੜੇ ਮਹਿਲ ਮਾੜੀਆਂ ਉਸਾਰੇ ਜਾਂਦੇ, ਫਿਰ ਉੱਥੇ ਧੜੇ ਬਣਦੇ ਨੇ, ਫਿਰ ਉੱਥੇ ਬੰਦੂਕਾਂ ਚੱਲਦੀਆਂ ਨੇ। ਮੈਨੂੰ ਯਾਦ ਇੱਕ ਦਫਾ ਬੜਾ ਪ੍ਰਸਿੱਧ ਅਖਬਾਰ ਹੈ, ਉਹਨੇ ਲਿਖਿਆ ਪਹਿਲਾਂ ਹੁੰਦੀ ਹੈ ਫਕੀਰੀ, ਫਿਰ ਹੁੰਦੀ ਹੈ ਅਮੀਰੀ, ਫਿਰ ਹੁੰਦੀ ਹੈ ਜਗੀਰੀ, ਤੇ ਫਿਰ ਹੁੰਦੀ ਹੈ ਡਾਂਗੋ ਡਾਂਗੀ। ਜਦੋਂ ਫਕੀਰ ਹੁੰਦੇ ਨੇ ਲੋਕ ਸ਼ਰਧਾ ਦੇ ਨਾਲ ਕਈ ਚੀਜ਼ਾਂ ਭੇਟਾ ਕਰਦੇ ਨੇ, ਫਿਰ ਜਦੋਂ ਬਹੁਤੀਆਂ ਚੀਜ਼ਾਂ ਇਕੱਠੀਆਂ ਹੋ ਜਾਣ ਫਿਰ ਅਮੀਰੀ ਆ ਜਾਂਦੀ, ਫਿਰ ਉਹਦਾ ਵਾਰਸ ਲੱਭਣਾ ਪੈਂਦਾ, ਜਗੀਰੀ ਬਣ ਜਾਂਦੀ। ਭਾਈ ਇਹ ਤਰੀਕਾ ਨਹੀਂ ਮਾਇਆ ਤੋਂ ਛੁੱਟਣ ਦਾ। ਗੁਰੂ ਨੇ ਤਾਂ ਉਹ ਜੀਵਨ ਜਾਚ ਦੱਸੀ ਹੈ ਕਿ ਮਾਇਆ ਵਿੱਚ ਰਹਿੰਦਿਆਂ ਵੀ ਮਾਇਆ ਤੋਂ ਨਿਰਲੇਪ ਰਹਿਣਾ। ਪਰ ਹੋ ਕਿਵੇਂ ਸਕਦਾ? ਭਗਤ ਜੀ ਕਹਿੰਦੇ ਨੇ ਨਾ ਮੈਂ ਜੋਗ ਧਿਆਨ ਚਿਤ ਲਾਇਆ, ਮੈਂ ਤਾਂ ਜੋਗੀ ਨਹੀਂ ਬਣਿਆ, ਮੈਂ ਧਿਆਨ ਵੀ ਨਹੀਂ ਲਾਇਆ। ਬਿਨ ਬੈਰਾਗ ਨ ਛੂਟ ਸਮਾਇਆ, ਇਹ ਗੱਲ ਵੀ ਪੱਕੀ ਹੈ ਪੱਥਰ ਤੇ ਲੀਕ ਕਿ ਬੈਰਾਗ ਕੀਤੇ ਤੋਂ ਬਿਨਾਂ ਮਾਇਆ ਛੁੱਟ ਨਹੀਂ ਸਕਦੀ। ਫਿਰ ਮਾਇਆ ਤੋਂ ਕਿਵੇਂ ਬਚੀ? ਭਗਤ ਜੀ ਤੇ ਕਹਿੰਦੇ ਨੇ ਭੂਖੇ ਭਗਤ ਨ ਕੀਜੈ, ਯਹ ਮਾਲਾ ਆਪਣੀ ਲੀਜੈ। ਆਖਿਆ ਵਾਹਿਗੁਰੂ ਜੀ ਮੇਰੇ ਕੋਲ ਭੁੱਖਿਆ ਨਹੀਂ ਭਗਤੀ ਹੁੰਦੀ ਹੈ। ਜੇ ਤੁਸੀਂ ਇਹ ਕਹੋ ਵੀ ਮੈਂ ਭੁੱਖੇ ਰਹਿ ਕੇ ਭਗਤੀ ਕਰਾਂ, ਨਾ ਇਹ ਸੌਦਾ ਪੁੱਗਦਾ ਹੀ ਨਹੀਂ। ਆਪਣੀ ਮਾਲਾ ਲੈ ਲਓ, ਕੋਈ ਮੈਂ ਮਨ ਘੜਤ ਗੱਲ ਤੇ ਨਹੀਂ ਕਰ ਰਿਹਾ। ਇਹ ਭਗਤ ਜੀ ਦਾ ਆਪਣਾ ਕਥਨ ਹੈ, ਭੁੱਖੇ ਭਗਤ ਨ ਕੀਜੈ, ਯਹ ਮਾਲਾ ਆਪਣੀ ਲੀਜੈ। ਹਉ ਮੰਗੋ ਸੰਤਨ ਰਹਿਣਾ, ਮੈਂ ਨਾਹੀਂ ਕਿਸੇ ਕਾ ਦੇਣਾ। ਆਖਿਆ ਮੈਂ ਤੁਹਾਡੇ ਸੰਤਾਂ ਦੀ ਚਰਨ ਧੂੜ ਮੰਗਦਾ, ਪਰ ਮੇਰੀ ਇੱਕ ਸ਼ਰਤ ਹੈ, ਮੈਂ ਭੁੱਖਿਆਂ ਭਗਤੀ ਨਹੀਂ ਕਰ ਸਕਦਾ, ਤੇ ਮੈਂ ਕਰਜ਼ਾਈ ਵੀ ਨਹੀਂ ਹੋ ਸਕਦਾ। ਮੈਂ ਨਾ ਹੀ ਕਿਸੇ ਕਾ ਦੇਣਾ,
ਕਰਜ਼ਾ ਦੇਣਾ ਹੋਵੇ ਤੇ ਕਰਜ਼ੇ ਲੈਣ ਵਾਲੇ ਫਿਰ ਮਗਰ ਚੜ ਪੈਣਗੇ। ਭਾਵ ਮੈਂ ਇਹ ਵੀ ਕੰਮ ਨਹੀਂ ਕਰ ਸਕਦਾ। ਭਗਤ ਜੀ ਕਿਵੇਂ ਕਰੋ ਫਿਰ? ਕਹਿੰਦੇ ਦੋ ਸਿਰ ਮੰਗੋ ਚੂਨਾ, ਦੋ ਸਿਰ ਆਟਾ ਤੇ ਚਾਹੀਦਾ। ਬਈ ਜਿੰਨਾ ਕਿਸੇ ਦਾ ਪਰਿਵਾਰ ਹੋਵੇਗਾ ਉਹਨਾਂ ਤੇ ਚਾਹੀਦਾ ਨਾ। ਪਾਓ ਘਿਓ ਸੰਗ ਲੂਣਾ, ਘਿਓ ਵੀ ਚਾਹੀਦਾ, ਲੂਣ ਵੀ ਚਾਹੀਦਾ। ਅੱਧ ਸ਼ੇਰ ਮੰਗੋ ਦਾਲੇ, ਮੋਕੋ ਦੋਨੋਂ ਵਕਤ ਜਿਵਾਲੇ। ਲਓ, ਇੱਕ ਟਾਈਮ ਦਾ ਵੀ ਖਰਚਾ ਨਹੀਂ, ਦੋ ਟਾਈਮ ਦਾ ਖਰਚਾ। ਖਾਟ ਮੰਗੋ ਚੌਪਾਈ, ਮੈਨੂੰ ਮੰਜੀ ਵੀ ਚਾਹੀਦੀ ਹੈ, ਪਰ 4 ਪਾਵਿਆਂ ਵਾਲੀ ਚਾਹੀਦੀ ਹੈ। ਇਹ ਨਾ ਹੋਵੇ ਕਿ ਮੰਜੀ ਟੁੱਟੀ ਹੋਵੇ ਤੇ ਭਗਤ ਜੀ ਵਿੱਚੇ ਲਟਕੇ ਰਹੇ। ਖਾਟ ਮੰਗੋ ਚੌਪਾਈ, ਸਿਰਹਾਨਾ ਅਵਰ ਤੁਲਾਈ, ਸਿਰਹਾਣਾ ਵੀ ਚਾਹੀਦਾ, ਤੁਲਾਈ ਵੀ ਚਾਹੀਦੀ। ਉੱਪਰ ਕੋ ਮੰਗੋ ਖੀਂਦਾ, ਤੇਰੀ ਭਗਤ ਕਰੇ ਜਨ ਥੀਂਦਾ। ਉੱਪਰਲੀ ਰਜਾਈ ਵੀ ਚਾਹੀਦੀ ਹੈ। ਇਹ ਨਾ ਹੋਵੇ ਭਗਤ ਜੀ ਸੁੰਗੜੇ ਰਹਿਣ ਠੰਡ ਵਿੱਚ ਹੀ। ਆਖਿਆ ਮੈਂ ਕੋਈ ਲੋਭ ਨਹੀਂ ਕੀਤਾ, ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ। ਇਹ ਜਿਹੜੇ ਲੋਕ ਮਾਇਆ ਦੇ ਤਿਆਗ ਦੀ ਗੱਲ ਕਰਦੇ ਨੇ, ਭਗਤ ਜੀ ਇਸ ਨਾਲ ਕਿਸੇ ਤਰ੍ਹਾਂ ਸਹਿਮਤ ਨਹੀਂ। ਗੁਰੂ ਮਹਾਰਾਜ ਵੀ ਸਹਿਮਤ ਨਹੀਂ। ਇਸੇ ਲਈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਸ਼ਾਹ ਦੌਲੇ ਨੇ ਕਿਹਾ ਹਿੰਦੂ ਕੀ ਤੇ ਪੀਰੀ ਕੀ, ਔਰਤ ਕੀ ਫਕੀਰੀ ਕੀ, ਦੌਲਤ ਕੀ ਤਿਆਗ ਕੀ, ਪੁੱਤਰ ਕੀ ਵੈਰਾਗ ਕੀ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਹੱਸ ਕੇ ਕਿਹਾ ਭਗਤ ਜੀ ਪੀਰ ਜੀ, औरत ईमान है, पुत्र निशान है, दौलत गुजरान है, फकीर ना हिंदू ना मुसलमान है, दरगाह विच करनी परवान है। तो भगत जी ने बड़े तरीके दे नाल इन्हां लोकां दे इन्हां दिखावे दे पखंडां नूं खंडन कीता ते अपने उत्ते टुका के कहा ना मैं जोग ध्यान चित लाया, बिन बैराग न छूट समाया, कैसे जीवन होए हमारा। मेरा जीवन किवें सफल होवे जब ना होए राम नाम आधारा, जदों तੀਕਰ राम दे नाम ਦਾ ਆਸਰਾ नहीं होवे। निरा मैं जोगी बन जावां। गुरु नानक सच्चे पातशाह नूं जोगियां ने बड़ा जोर लाया, तुसीं साडे मत विच आ जाओ। महाराज ने कहा मैंने मैनू समझाओ भी तुसीं करदे की, ये मुंदरा क्यों पाईयां? आखिर जी असीं दुनिया छड़ दित्ती। कहे दुनिया छड़ दित्ती, फिर संतोखी बन जाओ, लालची ना हो। ये बबूती क्यों पाई? असीं दुनिया त्याग दी। पातशाह ने कहा मैं तो पहले ही जोग धारण किया होया। कहते सानू तो नज़र नहीं आउंदा। कहते आओ दसदा, मुंदा संतोख शरम पद झोली, मैं तो मेहनत की झोली बनाई हुई, मेहनत का खप्पर बनाया होया। तुसीं वेले रह के रोटियां खानियां चाहते हो। इसे लिए बाबा नानक जी कहते किरत करो, नाम जपो, वंड छको। क्या मुंदा संतोख शरम पद झोली, ध्यान की करें बभूत। ये स्वामरण नाल की होवेगा जी, सानू ध्यान रहेगा। फिर कहते ध्यान रखो, फिर उस परमात्मा दे ध्यान लाउण दी विभूति बनाओ नूं याद रखो। खिंथा काल, ये जिहड़ी गोदड़ी तुसीं बनाई लीरां जोड़ के, ये काद नहीं। कहते जी मरी जाना, ते कहते मरन नूं याद रखो। कुआरी काया जुगत, इस काया नूं कुआरी पवित्र रखो, विषय विकारां तो बचाओ, ये जुगत बनाओ। डंडा प्रतीत, अपने वाहिगुरु मालक ते प्रतीत करो, ये डंडा बनाओ। कितनी सुंदर सिक्ख्या। असी पढ़ी जा रहे हैं, याद करी जा रहे हैं, पर इन्हूं कमा नहीं रहे। भगत जी कहते ने ना मैं जोग ध्यान चित लाया, बिन बैराग न छूट समाया, कैसे जीवन होए हमारा जब न होए
राम नाम आधारा। जदों तੀਕਰ राम दे नाम का आधार नहीं है, ये दिखावे करने, पखंड करने, असी माया छड़ दी, माया नूं हथ नहीं लाउंदे। गुरमत विच इहदी कोई परवाह नहीं। भगत अन्ना जी नूं पढ़ के देखो, वो भी खड़का के कहते रब जी मैनू आ चीज़ां ते चाहीदियां। गोपाल तेरा आरता, जो जन तुमरी भगत करन ते तिनके काज सवारता। दाल सीधा मांगो घियो, हमरा खुशी करे नित जियो। पनिया छादन नीका, मैनू जुत्ती भी चंगी चाहिदी है, छादन कपड़े भी चाहिए। नीका मैनू सुंदर सोहने। अनाज मंगो सत सींका, क्योंकि भगत जी जिमीदार सन, उन्होंने पता है जोड़ा सत सींगा ला के अनाज पैदा होया होवे वो बहुत वधिया होंदा है। जिमीदार नूं ते पता है भी एक सी, दो सीयां, तीन सीयां। अनाज मंगो सत सींका, गऊ भैंस मंगो लावेली। भाई जिमीदारे का काम बड़ा मेहनत वाला, कठिन है। लस्सी पानी ना होवे घर च, दुध ना होवे तो किवें गुजारा चले। एक मैं तो तुहाडे को मंगदा हाँ, मैनू तां गऊ भी चाहिए, भैंस भी चाहिए, लवेली होवे, मेरी खांगड़ भी ना होवे। दो सिर मांगो चूना, ये सारिया चीज़ां मैनू चाहिए। इन्हां तो बिना भगती नहीं हो सकती। तो जे भगतां ने, महापुरखा ने ये सब चीज़ां की प्राप्ति करके नाम जपिया, सानू भी भगत जी कहते हैं इस तरह एवें पखंडा विच ना पवो, दिखावियां विच ना पवो, बल्कि इस जीवन नूं सफल करन लई राम दे नाम दा आधार बनो। सत्संगत करो, बाणी पढ़ो, भैड़े कामां तो बचो। कैसे जीवन होए हमारा, जब ना होए राम नाम आधारा। रहाओ कहो कबीर खोजो आसमान। लो कबीर जी ऐलान कर दें, आदि मैं ऐलानिया तौर पर कहना, मैं सारा आसमान, जिमें आप कह देना मैं जहान सारा फिर के देखे। भावें किसी ने फेरिया नहीं हुंदा, पर यह मुहावरा सी आम वरतने, मैं सारी दुनिया फिर के देखी। कहो कबीर खोजो आसमान। कबीर जी कहते मैं सारी दुनिया फोल ली, देख ली। राम समान ना देखो आन, मैनू राम दे बराबर कोई नज़र ही नहीं आया। ओदे वर्गा कोई नहीं, ओदी कोई बराबरी नहीं कर सकता। इसलिए रोज जपजी साहब च महाराज कहते ए बड़ ऊंचा होवे खोए, तिस ऊंचे को जाने सोए। आखा जिड्डा वड्डा वो परमात्मा उड्डा वड्डा को होवे, फिर उन्होंने पता लग सो। तिस ऊंचे को जाने सोए, जेवड़ आप जाने आप ये आप ही जानदा किड्डा वड्डा। पर भगत जी कहते मैं तो एक चंगी तरह खोज के, पड़चोल करके, पड़ताल करके लभ लिया। कहो कबीर खोजो आसमान, राम समान न देखो आन। मैनू राम दे बराबर कोई नज़र नहीं आया। इसलिए भगत जी आंदे ने पखंड ना करो, दिखावे ना करो, राम दे नाम का आसरा बनाओ। यही गल गुरबाणी बार बार कह रही। भाई गुरमुखो प्रभ की शरण सगल पै लाथे, दुख बिन से सुख पाया, दयाल हुआ पार ब्रह्म स्वामी, पूरा सतगुर त्याया। आख्या उस वागुरु का सिमरन करो, ਉਹਦੀ शरण ਵਿੱਚ रहो, कदे अहंकारी ना बनो। अविनाशी जीवन को दाता, सिमरत सब मल खोई। गुण निधान भगतन को बर्तन, बिरला पावे कोई। मेरे मन
जप गुर गोपाल प्रभ सोई, जाकी शरण पया सुख पाईऐ, बाहुड़ दुख न होई राव। बड़ भागी साध संग परापत, तिन भेटत दुर्मत खोई, तिन की धूर नानक दास बांछै, जिन हर नाम ਹਿਰਦੈ ਪਰੋਈ। ਆਓ ਹਰੀ ਦੇ ਨਾਮ ਨੂੰ ਹਿਰਦੇ ਵਿੱਚ ਪਰੋਣਾ ਕਰੀਏ ਔਰ ਉਸ ਨੂੰ ਹਰ ਵੇਲੇ ਯਾਦ ਰੱਖੀਏ। ਯਾਦ ਰੱਖਣ ਦਾ ਤਰੀਕਾ ਗੁਰਬਾਣੀ ਕੋਲੋਂ ਸਿੱਖੀਏ। ਭਾਈ ਜੇ ਘਰ ਦਾ ਦਰਵਾਜ਼ਾ ਖੋਲੋ, ਆਖੋ ਵਾਹਿਗੁਰੂ ਤੇਰਾ ਸ਼ੁਕਰ ਹੈ। ਜੇ ਪਾਣੀ ਦਾ ਗਲਾਸ ਪੀਓ, ਆਖੋ ਵਾਹਿਗੁਰੂ ਤੇਰਾ ਸ਼ੁਕਰ ਹੈ। जे भोजन का थाल आया खाओ, खान ली आया खाओ, पर करो शुक्र। बस साथ साथ सिमरो गोबिंद, मन अंतर की उतरे चिंद। आस अनित त्यागो तरंग, संत जना की धूर मन मंग। आप छोड़ बेनती करो, संत संग अगन सागर तरो। साध संग अगन सागर तरो। हर धन के पर ले भंडार, नानक गुर पूरे नमस्कार। गुरु ने तो ऐसी मत दी भाई, हसंदियां खिलंदियां पहनंदियां खवंदियां विचे होवे मुक्त। ये सब कुछ करदियां परमेश्वर दे नाम का आसरा तको। तो कबीर जी दे इस शब्द तो स्पष्ट हो गया भाई, इन्हां चीज़ां की लोड़ नहीं, लोड़ है परमात्मा दे नाम नाल जुड़न दी। नाम है जोग ध्यान चित लाया, बिन बैराग न छूट समाया। कैसे जीवन होए हमारा, जब ना होए राम नाम आधारा। राव को कबीर खोजो असमान, राम समान न देखो आन। परमेश्वर दे तुल कोई नहीं। सारी गुरबाणी सानू उस वाहिगुरु नाल जुड़न की प्रेरणा कर रही। वाहिगुरु जी का खालसा, वाहिगुरु जी की फतेह।